ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਪੁੱਤਰ ਸਨ। ਡੰਡੀ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ, ਬਾਬਾ ਗੁਰਦਿੱਤਾ, ਬਾਬਾ ਸੂਰਜਮਲ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ। ਡੰਡੀ ਬਾਬਾ ਗੁਰਦਿੱਤਾ ਜੀ ਦੇ 2 ਸਪੁੱਤਰ ਸਨ। ਡੰਡੀ ਬਾਬਾ ਧੀਰਮਲ ਜੀ ਅਤੇ ਗੁਰੂ ਹਰ ਰਾਏ ਜੀ। ਡੰਡੀ ਸਤਵੇਂ ਨਾਨਕ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ ਦਾ ਪ੍ਰਕਾਸ਼ 5 ਫੱਗਣ 20 ਮਾਘ ਸੰਮਤ 1686 30 ਜਨਵਰੀ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੇ ਉਦਰ ਤੋਂ ਹੋਇਆ। ਡੰਡੀ ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਨੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਅਨੁਸਾਰ ਵਸਾਇਆ ਸੀ। ਡੰਡੀ ਇਸ ਅਸਥਾਨ 'ਤੇ ਹੀ ਆਦਿ ਗੁਰੂ ਨਾਨਕ ਦੇਵ ਜੀ ਸਾਈਂ ਬੁੱਢਣ ਸ਼ਾਹ ਜੀ ਨੂੰ ਮਿਲੇ ਸਨ। ਡੰਡੀ ਗੁਰੂ ਹਰ ਰਾਏ ਸਾਹਿਬ ਜੀ ਬਚਪਨ ਤੋਂ ਹੀ ਕੁਦਰਤ ਪ੍ਰੇਮੀ, ਸ਼ਾਂਤ ਸੁਭਾਅ, ਦਇਆ, ਕੋਮਲਤਾ ਆਦਿ ਸਦਗੁਣਾਂ ਦੇ ਧਾਰਨੀ ਸਨ। ਡੰਡੀ ਖਾਣ ਪੀਣ ਬੋਲਣ ਸੰਬੰਧੀ ਬਹੁਤ ਹੀ ਸੰਜਮੀ ਸਨ। ਡੰਡੀ ਬਾਬਾ ਜੀ ਦਾ ਬਚਪਨ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੀਤਿਆ। ਡੰਡੀ ਆਰੰਭਕ ਅਧਿਆਤਮਿਕ ਤੇ ਸਰੀਰਕ ਸੰਸਾਰਿਕ ਸਿੱਖਿਆ ਅਤੇ ਸ਼ਸਤਰ ਵਿੱਦਿਆ ਵੀ ਆਪ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਦੇਖ ਰੇਖ ਅਤੇ ਸੁਚੱਜੀ ਅਗਵਾਈ ਵਿੱਚ ਪ੍ਰਾਪਤ ਕੀਤੀ। ਡੰਡੀ ਆਪ ਜੀ ਸੁਭਾਅ ਦੇ ਨਰਮ, ਸਰੀਰ ਦੇ ਤਕੜੇ ਅਤੇ ਅਧਿਆਤਮਿਕ ਪੱਖੋਂ ਬਹੁਤ ਬਲਵਾਨ ਤੇ ਵਿਰਸੇ ਤੋਂ ਅਮੀਰ ਸਨ। ਡੰਡੀ ਆਪ ਜੀ ਦਾ ਵਿਆਹ ਸ਼੍ਰੀ ਦਇਆ ਰਾਮ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ ਨਾਲ 1640 ਈਸਵੀ ਵਿੱਚ ਅਨੂਪ ਸ਼ਹਿਰ ਯੂਪੀ ਵਿਖੇ ਹੋਇਆ। ਡੰਡੀ ਆਪ ਜੀ ਦੇ 2 ਸਪੁੱਤਰ ਸਨ, ਬਾਬਾ ਰਾਮ ਰਾਏ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਡੰਡੀ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 3 ਮਾਰਚ 1644 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਡੰਡੀ 8 ਮਾਰਚ 1644 ਈਸਵੀ ਨੂੰ ਗੁਰਆਈ ਦੀ ਰਸਮ ਅਦਾ ਕੀਤੀ ਗਈ। ਡੰਡੀ ਗੁਰੂ ਜੀ ਨੇ ਕੀਰਤਪੁਰ ਦੀ ਧਰਤੀ 'ਤੇ ਇਲਾਜ ਵਾਸਤੇ ਵਰਤੀਆਂ ਜਾਂਦੀਆਂ ਜੜੀਆਂ ਬੂਟੀਆਂ ਦਾ ਬਾਗ ਲਗਵਾਇਆ ਤੇ ਇੱਕ ਖੋਜ ਕੇਂਦਰ ਸਥਾਪਿਤ ਕੀਤਾ। ਡੰਡੀ ਜੇਕਰ ਦਾਰਾ ਸ਼ਿਕੋ ਬਿਮਾਰ ਹੋਇਆ ਤਾਂ ਇਲਾਜ ਲਈ ਦਵਾਈਆਂ ਜੜੀਆਂ ਬੂਟੀਆਂ ਗੁਰੂ ਦਰਬਾਰ ਵੱਲੋਂ ਭੇਜੀਆਂ ਗਈਆਂ, ਜਿਸ ਨਾਲ ਉਸ ਦਾ ਅਸਾਧ ਰੋਗ ਠੀਕ ਹੋਇਆ। ਡੰਡੀ ਜੇਕਰ ਘਰੇਲੂ ਝਗੜੇ ਕਰਕੇ ਦਾਰਾ ਸ਼ਿਕੋ ਬਾਦਸ਼ਾਹ ਔਰੰਗਜ਼ੇਬ ਦੀ ਮਾਰ ਤੋਂ ਡਰਦਾ ਗੁਰੂ ਦਰਬਾਰ ਵਿੱਚ ਪਹੁੰਚਿਆ ਤਾਂ ਉਸ ਨੂੰ ਦਰਿਆ ਬਿਆਸ ਪਾਰ ਕਰਵਾਇਆ ਗਿਆ। ਡੰਡੀ ਪਾਰਾ ਔਰੰਗਜ਼ੇਬ ਨੂੰ ਗੁਰੂ ਘਰ ਦੇ ਵਿਰੋਧੀਆਂ ਨੇ ਸ਼ਿਕਾਇਤ ਕੀਤੀ ਕਿ ਗੁਰੂ ਹਰ ਰਾਏ ਸਾਹਿਬ ਜੀ ਨੇ ਦਾਰਾ ਸ਼ਿਕੋ ਦੀ ਮਦਦ ਕੀਤੀ ਹੈ। ਦੂਸਰਾ, ਸਿੱਖਾਂ ਦੀ ਵੱਧ ਰਹੀ ਸ਼ਕਤੀ ਤੋਂ ਔਰੰਗਜ਼ੇਬ ਚਿੰਤਤ ਸੀ। ਡੰਡੀ ਇਸ ਲਈ ਬਾਦਸ਼ਾਹ ਨੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ। ਡੰਡੀ ਗੁਰੂ ਜੀ ਆਪ ਤਾਂ ਨਾ ਗਏ, ਆਪਣੀ ਥਾਂ ਆਪਣੇ ਸਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ। ਡੰਡੀ ਜਦ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਤੋਂ ਗੁਰਬਾਣੀ ਦੀ ਪਾਵਨ ਪੰਕਤੀ ਮਿੱਟੇ ਮੁਸਲਮਾਨ ਕੀ ਪੜ੍ਹੇ ਪਈ ਘੁਮਿਆਰ ਦੇ ਅਰਥ ਪੁੱਛੇ ਤਾਂ ਰਾਮ ਰਾਏ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਕਿਹਾ ਕਿ ਸ਼ਬਦ ਮੁਸਲਮਾਨ ਨਹੀਂ
ਬੇਈਮਾਨ ਹੈ, ਪਰ ਕਾਤਬ ਦੀ ਗਲਤੀ ਨਾਲ ਮੁਸਲਮਾਨ ਲਿਖਿਆ ਗਿਆ ਹੈ। ਡੰਡੀ। ਬਾਬਾ ਰਾਮ ਰਾਏ ਨੇ ਅਜਿਹਾ ਕਰਕੇ ਬਾਦਸ਼ਾਹ ਦੀ ਖੁਸ਼ੀ ਤਾਂ ਹਾਸਲ ਕਰ ਲਈ, ਪਰ ਗੁਰੂ ਦਰਬਾਰ ਤੋਂ ਹਮੇਸ਼ਾ ਲਈ ਦੂਰ ਹੋ ਗਿਆ, ਕਿਉਂਕਿ ਜਦ ਗੁਰੂ ਹਰਿਰਾਏ ਸਾਹਿਬ ਜੀ ਨੂੰ ਇਸ ਵਾਰਤਾ ਦਾ ਪਤਾ ਲੱਗਾ ਤਾਂ ਉਹਨਾਂ ਕਹਿ ਭੇਜਿਆ ਕਿ ਤੁਸਾਂ ਸਾਡੇ ਮੱਥੇ ਨਹੀਂ ਲੱਗਣਾ, ਤੁਸਾਂ ਦੁਨਿਆਵੀ ਵਡਿਆਈ ਖਾਤਰ ਇਲਾਹੀ ਬਾਣੀ ਦਾ ਨਿਰਾਦਰ ਕੀਤਾ ਹੈ। ਡੰਡੀ। ਸਰੀਰਕ ਤੌਰ 'ਤੇ ਆਪਣਾ ਅੰਤਿਮ ਸਮਾਂ ਨੇੜੇ ਆਇਆ ਜਾਣ ਕੇ ਗੁਰੂ ਹਰਿਰਾਏ ਜੀ ਨੇ ਗੁਰਆਈ ਆਪਣੇ ਛੋਟੇ ਸਪੁੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ। ਡੰਡੀ। ਆਪ ਜੀ 6 ਅਕਤੂਬਰ 1661 ਈਸਵੀ ਨੂੰ ਕੀਰਤਪੁਰ ਹੀ ਜੋਤੀ ਜੋਤ ਸਮਾ ਗਏ। ਡੰਡੀ। ਹਰ ਗੁਰਸਿੱਖ ਸਦਵਾਉਣ ਵਾਲਾ ਸਵੇਰੇ ਸ਼ਾਮ ਹਰ ਦੀਵਾਨ ਸਮੇਂ ਅਰਦਾਸ ਦੇ ਇਹ ਬੋਲ ਪੜ੍ਹ ਸੁਣ ਕੇ ਸਿਮਰੋ ਸ਼੍ਰੀ ਹਰਿਰਾਏ ਗੁਰੂ ਦੀ ਸ਼ਰਧਾ ਸਤਿਕਾਰ ਭੇਟ ਕਰਦਾ ਹੋਇਆ ਉਹਨਾਂ ਦੇ ਜੀਵਨ ਦਰਸ਼ਨ ਤੋਂ ਸਿੱਖਿਆ ਪ੍ਰਾਪਤ ਕਰਦਾ ਹੈ। ਡੰਡੀ। ਕਥਿਤ ਤੌਰ 'ਤੇ ਖੇਤੀਬਾੜੀ ਵਿੱਚ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਦੀ ਲਗਾਤਾਰ ਵਰਤੋਂ ਕਾਰਨ ਕੈਂਸਰ ਬਿਮਾਰੀ ਮੁੱਖ ਤੌਰ 'ਤੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਫੈਲ ਗਈ ਹੈ। ਡੰਡੀ। ਇਹ ਜ਼ਹਿਰੀਲੇ ਪਦਾਰਥ ਖਿੱਤੇ ਦੇ ਪਾਣੀ ਦੇ ਟੇਬਲ ਨਾਲ ਰਲ ਗਏ ਹਨ ਅਤੇ ਉਸ ਪਾਣੀ ਦੀ ਵਰਤੋਂ ਖੇਤੀਬਾੜੀ ਗਤੀਵਿਧੀਆਂ ਅਤੇ ਪੀਣ ਦੇ ਨਾਲ ਨਾਲ ਵਸਨੀਕਾਂ ਦੇ ਸਰੀਰ ਵਿੱਚ ਰਸਾਇਣਾਂ ਦੇ ਰੂਪ ਵਿੱਚ ਫੈਲ ਗਈ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਵਿੱਚ ਗੰਭੀਰ ਬਿਮਾਰੀਆਂ ਹਨ। ਡੰਡੀ। ਪੰਜਾਬ ਦਾ ਮਾਲਵਾ ਖੇਤਰ, ਜਿਸ ਵਿੱਚ ਸੰਗਰੂਰ ਪੈਂਦਾ ਹੈ, ਵਿੱਚ ਲੰਬੇ ਸਮੇਂ ਤੋਂ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਾਂ ਦੀ ਵੱਧ ਵਰਤੋਂ ਕਾਰਨ ਇਹ ਜ਼ਹਿਰੀਲੇ ਤੱਤ ਧਰਤੀ ਹੇਠਲੇ ਪਾਣੀ ਦੀਆਂ ਪਰਤਾਂ ਤੱਕ ਪਹੁੰਚ ਗਏ ਹਨ। ਡੰਡੀ। ਉਸ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰਨ ਕਾਰਨ ਇਹ ਜ਼ਹਿਰੀਲੇ ਰਸਾਇਣ ਇਨਸਾਨੀ ਸਰੀਰ ਵਿੱਚ ਪਹੁੰਚ ਗਏ ਹਨ ਅਤੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਡੰਡੀ। ਕੀਟਨਾਸ਼ਕਾਂ ਵਿੱਚ ਰਸਾਇਣਾਂ ਕਾਰਨ ਕੈਂਸਰ ਨੇ ਪੇਂਡੂ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਡੰਡੀ। ਸਰਕਾਰ ਦੀ ਸਹਾਇਤਾ ਸਥਿਤੀ ਨੂੰ ਸੁਧਾਰਨ ਵਿੱਚ ਹੁਣ ਤੱਕ ਅਸਫਲ ਰਹੀ ਹੈ। ਡੰਡੀ। ਖਾਸਕਰ ਦੱਖਣ ਪੱਛਮੀ ਪੰਜਾਬ ਦੇ ਕਪਾਹ ਉਗਾਉਣ ਵਾਲੇ ਜ਼ਿਲ੍ਹਿਆਂ ਵਿੱਚ ਕੈਂਸਰ ਦੀ ਅਸਾਧਾਰਨ ਤੌਰ 'ਤੇ ਵੱਧ ਹੋਂਦ ਦਾ ਕਾਰਨ ਕਪਾਹ ਦੇ ਕਿਸਾਨਾਂ ਦੁਆਰਾ ਕੀਟਨਾਸ਼ਕਾਂ ਦੀ ਵਧੇਰੀ ਵਰਤੋਂ ਨੂੰ ਮੰਨਿਆ ਗਿਆ ਹੈ। ਡੰਡੀ। ਮਾਲਵਾ ਖੇਤਰ ਦੇ ਲੋਕ ਜਿਨ੍ਹਾਂ ਨਤੀਜਿਆਂ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਨੂੰ ਬਾਕੀਆਂ ਲਈ ਚੇਤਾਵਨੀ ਵਜੋਂ ਕੰਮ ਕਰਨਾ ਚਾਹੀਦਾ ਹੈ। ਡੰਡੀ। ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਨਿਯਮਾਂ ਦੀ ਅਣਹੋਂਦ ਦੇ ਨਾਲ ਇਸ ਦੇ ਇਸਤੇਮਾਲ ਨੂੰ ਸੀਮਤ ਕਰਨ ਦੇ ਦੂਰ ਅੰਦੇਸ਼ੀ ਦੁਸ਼ਪ੍ਰਭਾਵ ਹੋ ਸਕਦੇ ਹਨ। ਡੰਡੀ। ਪਿੰਡਾਂ ਨੂੰ ਕੀਟਨਾਸ਼ਕ ਮੁਕਤ ਬਣਾਉਣ ਲਈ ਉਪਾਅ ਕੀਤੇ ਜਾਣੇ ਚਾਹੀਦੇ ਹਨ। ਡੰਡੀ। ਬਹੁਤ ਸਾਰੇ ਕੀਟਨਾਸ਼ਕਾਂ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਲੋੜ ਹੈ। ਡੰਡੀ। ਵਾਤਾਵਰਣ ਨੂੰ ਬਚਾਉਣ ਵਾਲੀਆਂ ਸੰਸਥਾਵਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਲਈ ਸਭ ਤੋਂ ਪ੍ਰਭਾਵਸ਼ਾਲੀ
ਸ਼ੈਲੀ ਤਿਆਰ ਕਰਨੀ ਚਾਹੀਦੀ ਹੈ। ਡੰਡੀ ਰਾਜ ਸਰਕਾਰ ਨੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਸ਼ੁਰੂ ਕੀਤੀ ਹੈ। ਡੰਡੀ ਹਰ ਕੈਂਸਰ ਮਰੀਜ਼ ਦੇ ਇਲਾਜ ਲਈ 1.5 ਲੱਖ ਰੁਪਏ ਤੱਕ ਦੀ ਰਾਸ਼ੀ ਉਪਲਬਧ ਕਰਵਾਈ ਜਾਂਦੀ ਹੈ। ਡੰਡੀ ਰਾਜ ਨੇ ਵੱਖ-ਵੱਖ ਪਿੰਡਾਂ ਵਿੱਚ ਰਿਵਰਸ ਓਸਮਿਸ ਸਿਸਟਮ ਵੀ ਸਥਾਪਿਤ ਕੀਤੇ ਹਨ ਤਾਂ ਜੋ ਵਸਨੀਕਾਂ ਨੂੰ ਧਰਤੀ ਦੇ ਹੇਠਾਂ ਭਰੇ ਰਸਾਇਣਿਕ ਪਾਣੀ ਤੋਂ ਬਚਾ ਸਕੇ। ਡੰਡੀ ਆਮ ਆਦਮੀ ਪਾਰਟੀ ਆਪ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਰਾਜਨੀਤਿਕ ਮੁੱਦਾ ਬਣਾਉਣ ਦਾ ਫੈਸਲਾ ਲਿਆ ਹੈ। ਡੰਡੀ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਲਗਾਤਾਰ ਸੂਬਾ ਸਰਕਾਰਾਂ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਅਸਫਲ ਰਹੀਆਂ ਹਨ। ਡੰਡੀ ਉਹ ਅਕਸਰ ਦੋਸ਼ ਲਾਉਂਦੇ ਹਨ ਮਾਲਵਾ ਪੱਟੀ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਮਦਦ ਲਈ ਨਿੱਜੀ ਤੌਰ 'ਤੇ ਸੈਂਕੜੇ ਸਿਫਾਰਸ਼ਾਂ ਮੇਰੇ ਕੋਲ ਆਉਂਦੀਆਂ ਹਨ ਅਤੇ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਸਹਾਇਤਾ ਕਰਦਾ ਹਾਂ। ਡੰਡੀ ਪਰ ਸਮੱਸਿਆ ਇਕੱਲੇ ਇਲਾਜ ਵਿੱਚ ਨਹੀਂ ਹੈ। ਡੰਡੀ ਬਿਮਾਰੀ ਨੂੰ ਜੜ੍ਹ ਤੋਂ ਹਟਾਉਣ ਦੀ ਜ਼ਰੂਰਤ ਹੈ ਜਿਸ 'ਚ ਰਾਜ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਅਸਫਲ ਰਹੀਆਂ ਹਨ। ਡੰਡੀ ਉਹ ਅੱਗੇ ਕਹਿੰਦੇ ਹਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਾਜਨੀਤੀਕਰਨ ਕਾਰਨ ਉਹ ਉਦਯੋਗਿਕ ਇਕਾਈਆਂ ਖਿਲਾਫ ਕਾਰਵਾਈ ਨਹੀਂ ਕਰਦਾ ਜੋ ਧਰਤੀ ਹੇਠਲਾ ਪਾਣੀ ਦੂਸ਼ਿਤ ਕਰਦੀਆਂ ਹਨ। ਇਸ ਤਰ੍ਹਾਂ ਪਾਣੀ ਦੇ ਟੇਬਲ ਨੂੰ ਗੰਦਾ ਕਰਦੇ ਹਨ। ਡੰਡੀ ਸਮੱਸਿਆ ਇੰਨਾ ਵੱਡਾ ਰੂਪ ਲੈ ਚੁੱਕੀ ਹੈ ਕਿ ਲੋਕ ਆਪਣੇ ਧੀ ਪੁੱਤ ਮਾਲਵਾ ਖੇਤਰ ਵਿੱਚ ਵਿਆਹੁਣ ਤੋਂ ਕਤਰਾਉਂਦੇ ਹਨ। ਡੰਡੀ ਕੇਵਲ ਕੈਂਸਰ ਹਸਪਤਾਲ ਖੋਲ੍ਹਣਾ ਜਾਂ ਉਸ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਕਾਫੀ ਨਹੀਂ। ਲੋੜ ਇਸ ਤੋਂ ਅੱਗੇ ਵੱਧ ਕੇ ਆਪਣੇ ਸਿਆਸੀ ਅਤੇ ਆਰਥਿਕ ਨਫੇ ਨੁਕਸਾਨ ਦਾ ਧਿਆਨ ਛੱਡ ਕੇ ਕੁਝ ਵੱਡੇ ਫੈਸਲੇ ਲੈ ਕੇ ਮਾਲਵੇ ਨੂੰ ਰੁਲਣ ਤੋਂ ਬਚਾਉਣ ਦੀ ਹੈ ਅਤੇ ਅਜਿਹੇ ਉਦਯੋਗ ਇਕਾਈਆਂ ਬੰਦ ਕਰਵਾਉਣ ਦੀ ਹੈ ਜੋ ਇਸ ਜ਼ਹਿਰ ਨੂੰ ਧਰਤੀ ਅੰਦਰ ਦੇ ਪਾਣੀ 'ਚ ਮਿਲਾ ਰਹੇ ਹਨ। ਡੰਡੀ ਸਿਆਸਤਦਾਨਾਂ ਨੂੰ ਇਹ ਜ਼ਹਿਨ 'ਚ ਰੱਖਣਾ ਪਵੇਗਾ ਕਿ ਮਤਲਬੀ ਸਿਆਸਤ ਨਾਲ ਭਾਵੇਂ ਉਹ ਅਮੀਰ ਹੋ ਜਾਣਗੇ ਪਰੰਤੂ ਪੀਣ ਵਾਲੇ ਪਾਣੀ ਵਿੱਚ ਘੁਲੀ ਜ਼ਹਿਰ ਵਿਤਕਰਾ ਨਹੀਂ ਕਰਦੀ। ਡੰਡੀ ਇਹ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ੇਗੀ। ਡੰਡੀ ਪਿਛਲੇ ਦਹਾਕਿਆਂ ਵਿੱਚ ਭਾਰਤ ਅਤੇ ਚੀਨ ਦੇ ਸੰਬੰਧ ਅਜੀਬੋ-ਗਰੀਬ ਬਣੇ ਰਹੇ ਹਨ। ਡੰਡੀ ਸਰਹੱਦੀ ਮਸਲਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਨੂੰ ਕਰੀਬ 60 ਸਾਲ ਹੋ ਚੁੱਕੇ ਹਨ। ਡੰਡੀ ਇਸ ਲੰਮੇ ਅਰਸੇ ਵਿੱਚ ਵੀ ਇਹ ਮਸਲਾ ਹੱਲ ਨਹੀਂ ਹੋ ਸਕਿਆ। ਡੰਡੀ 1962 ਦੀ ਜੰਗ ਤੋਂ ਬਾਅਦ ਇਹਨਾਂ ਰਿਸ਼ਤਿਆਂ ਵਿੱਚ ਲੜਖੜਾਉਂਦਾ ਭਾਰਤ ਹਾਲੇ ਤੱਕ ਵੀ ਸੰਭਲ ਨਹੀਂ ਸਕਿਆ। ਡੰਡੀ ਉਸ ਲੜਾਈ ਤੋਂ ਬਾਅਦ ਭਾਰਤੀ ਆਗੂਆਂ ਨੂੰ ਵੀ ਮੁੜ ਸੁਲ੍ਹਾ ਸਫਾਈ ਲਈ ਅੱਗੇ ਵਧਣ ਲਈ ਮਜਬੂਰ ਹੋਣਾ ਪਿਆ। ਡੰਡੀ ਚਾਹੇ ਇਸ ਸਾਰੇ ਸਮੇਂ ਵਿੱਚ ਚੀਨ ਦੇ ਮੇਚ ਦਾ ਹੋਣ ਲਈ ਵੀ ਦੇਸ਼ ਵਿੱਚ ਵੱਡੀ ਤਿਆਰੀ ਕੀਤੀ ਜਾਂਦੀ ਰਹੀ ਹੈ ਪਰ ਹਾਲੇ ਵੀ ਫੌਜੀ ਖੇਤਰ ਤੋਂ ਇਲਾਵਾ ਅਸੀਂ ਚੀਨ ਤੋਂ ਅਨੇਕਾਂ ਮਸਲਿਆਂ ਵਿੱਚ ਪਿੱਛੇ ਹਾਂ। ਡੰਡੀ ਇਸ ਸਮੇਂ ਵਿੱਚ
ਜਿੱਥੇ ਲੋਕਤੰਤਰੀ ਢੰਗ ਨਾਲ ਭਾਰਤ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ, ਉੱਥੇ ਚੀਨ ਨੇ ਆਪਣੇ ਦੇਸ਼ ਦੇ ਤਾਨਾਸ਼ਾਹੀ ਸ਼ਿਕੰਜੇ ਨੂੰ ਹੀ ਬਰਕਰਾਰ ਰੱਖਿਆ ਹੈ ਡੰਡੀ। ਪਰ ਇਸ ਦੇ ਬਾਵਜੂਦ ਸਿਆਸੀ ਖੇਤਰ ਤੋਂ ਇਲਾਵਾ ਹੋਰ ਬਹੁਤੇ ਖੇਤਰਾਂ ਵਿੱਚ ਉਹ ਭਾਰਤ ਨੂੰ ਪਛਾੜਦਾ ਆਇਆ ਹੈ ਡੰਡੀ। ਹਾਲੇ ਵੀ ਉਸ ਨੇ 40,000 ਵਰਗ ਕਿਲੋਮੀਟਰ ਭਾਰਤੀ ਰਕਬੇ 'ਤੇ ਕਬਜ਼ਾ ਕੀਤਾ ਹੋਇਆ ਹੈ ਡੰਡੀ। ਬਹੁਤ ਸਾਰੇ ਹੋਰ ਭਾਰਤੀ ਖੇਤਰਾਂ 'ਤੇ ਵੀ ਉਹ ਲਗਾਤਾਰ ਆਪਣਾ ਦਾਅਵਾ ਜਿਤਾ ਰਿਹਾ ਹੈ ਡੰਡੀ। ਉਸ ਦੀ ਲਗਾਤਾਰ ਅੜੀ ਨਾਲ ਸਰਹੱਦੀ ਮਸਲੇ ਨੇ ਹੱਲ ਤਾਂ ਕੀ ਹੋਣਾ ਸੀ, ਸਗੋਂ ਇਹ ਹੋਰ ਵੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਡੰਡੀ ਭਰਾ। ਪਿਛਲੇ ਸਾਲ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੇ ਫੌਜੀਆਂ ਦੀਆਂ ਜੋ ਖੂਨੀ ਝੜਪਾਂ ਹੋਈਆਂ ਅਤੇ ਉਸ ਤੋਂ ਬਾਅਦ ਜਿਵੇਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦੇ ਆਮੋ ਸਾਹਮਣੇ ਆ ਖੜੀਆਂ ਹੋਈਆਂ ਸਨ, ਉਸ ਨੇ ਸਰਹੱਦੀ ਮਸਲੇ ਨੂੰ ਵੀ ਵਧੇਰੇ ਉਲਝਾ ਦਿੱਤਾ ਸੀ ਡੰਡੀ। ਪਿਛਲੇ ਸਾਲ ਖੂਨੀ ਝੜਪਾਂ ਤੋਂ ਬਾਅਦ ਸਰਕਾਰ ਨੇ ਗੱਜ ਵੱਜ ਕੇ ਇਹ ਐਲਾਨ ਕੀਤਾ ਸੀ ਕਿ ਉਹ ਚੀਨ ਨਾਲ ਆਪਸੀ ਵਪਾਰ ਬੰਦ ਕਰ ਦੇਵੇਗੀ ਡੰਡੀ। ਆਪਣਾ ਸਖਤ ਰੁਖ ਦਿਖਾਉਂਦੇ ਹੋਏ ਕਈ ਦਰਜਨ ਚੀਨੀ ਮੋਬਾਈਲ ਐਪਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਡੰਡੀ। ਪਿਛਲੀ ਦੀਵਾਲੀ ਤੋਂ ਪਹਿਲਾਂ ਲਗਾਤਾਰ ਚੀਨ ਦਾ ਮਾਲ ਨਾ ਖਰੀਦਣ ਅਤੇ ਨਾ ਵਰਤਣ ਦਾ ਪ੍ਰਚਾਰ ਵੀ ਕੀਤਾ ਜਾਂਦਾ ਰਿਹਾ ਸੀ, ਪਰ ਇਸ ਦੇ ਬਾਵਜੂਦ ਦੀਵਾਲੀ ਦੇ ਦਿਨਾਂ ਵਿੱਚ ਹੀ ਬਲਬਾਂ ਤੇ ਹੋਰ ਰੌਸ਼ਨੀਆਂ ਦੇ ਸਮਾਨ ਨੂੰ ਲੈ ਕੇ ਦੋਵਾਂ ਵਿੱਚ ਕਰੋੜਾਂ ਦਾ ਵਪਾਰ ਹੋਇਆ ਸੀ ਡੰਡੀ। ਪਾਬੰਦੀਆਂ ਦੇ ਬਾਵਜੂਦ 40,000 ਕਰੋੜ ਰੁਪਏ ਤੋਂ ਵਧੇਰੇ ਦੇ ਭਾਂਡੇ, ਗਹਿਣੇ, ਵਾਹਨਾਂ ਦੇ ਪੁਰਜੇ ਅਤੇ ਬਿਜਲਈ ਸਮਾਨ ਇੱਧਰ ਆਇਆ ਸੀ ਡੰਡੀ। ਤੱਥਾਂ ਮੁਤਾਬਕ ਚਾਹੇ ਸਾਲ 2020 ਵਿੱਚ ਦੋਵਾਂ ਦਾ ਵਪਾਰ ਸਾਲ 2019 ਤੋਂ ਘੱਟ ਸੀ, ਪਰ ਇਸ ਦੇ ਬਾਵਜੂਦ ਉੱਧਰੋਂ 600 ਅਰਬ ਰੁਪਏ ਦਾ ਮਾਲ ਇੱਧਰ ਆਉਣਾ ਅਤੇ ਇਸ ਦੇ ਅਨੁਪਾਤ ਵਿੱਚ ਭਾਰਤ ਵੱਲੋਂ ਇਸ ਤੋਂ ਕਿਤੇ ਘੱਟ ਮਾਲ ਚੀਨ ਜਾਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਸੰਬੰਧੀ ਬਿਆਨਾਂ ਅਤੇ ਹਕੀਕਤਾਂ ਵਿੱਚ ਹਾਲੇ ਵੱਡਾ ਅੰਤਰ ਹੈ ਡੰਡੀ। ਪੂਰਾ ਜ਼ੋਰ ਲਗਾਉਣ, ਚੀਨੀ ਕੰਪਨੀਆਂ ਨੂੰ ਮਨਜ਼ੂਰੀਆਂ ਨਾ ਦੇਣ ਅਤੇ ਉਹਨਾਂ ਦੇ ਮਾਲ ਨੂੰ ਨਿਰਉਤਸ਼ਾਹਿਤ ਕਰਨ ਦੇ ਬਾਵਜੂਦ ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਵੀ ਭਾਰਤ ਦਾ ਚੀਨ ਨਾਲ ਵਪਾਰ ਦੁਨੀਆ ਦੇ ਸਭ ਦੇਸ਼ਾਂ ਤੋਂ ਜ਼ਿਆਦਾ ਹੈ ਡੰਡੀ। ਇਸ ਖੇਤਰ ਵਿੱਚ ਇਸ ਦਾ ਦੂਸਰਾ ਭਾਈਵਾਲ ਅਮਰੀਕਾ ਹੈ ਅਤੇ ਤੀਸਰਾ ਸੰਯੁਕਤ ਅਰਬ ਅਮੀਰਾਤ ਹੈ, ਪਰ ਇਹਨਾਂ ਦੋਵਾਂ ਦੇਸ਼ਾਂ ਦੇ ਵਪਾਰ ਦੀ ਰਕਮ ਨੂੰ ਜੋੜ ਕੇ ਵੀ ਚੀਨ ਨਾਲ ਵਪਾਰ ਦੀ ਰਕਮ ਕਿਤੇ ਵਧੇਰੇ ਬਣ ਜਾਂਦੀ ਹੈ ਡੰਡੀ। ਚਾਹੇ ਇਸੇ ਸਾਲ ਵਿੱਚ ਭਾਰਤ ਦੀ ਚੀਨ ਨੂੰ ਬਰਾਮਦ ਵੀ 16% ਦੇ ਕਰੀਬ ਵਧੀ ਹੈ, ਪਰ ਦੋਵਾਂ ਦਾ ਅੰਤਰ ਕਿਤੇ ਵਧੇਰੇ ਹੈ ਡੰਡੀ ਭਰਾ। ਇਸ ਗੱਲ ਦੀ ਸਮਝ ਆਉਣੀ ਵੀ ਮੁਸ਼ਕਲ ਹੈ ਕਿ ਇੱਕ ਪਾਸੇ ਚੀਨ ਵਪਾਰ ਦੇ ਖੇਤਰ ਵਿੱਚ ਦੁਨੀਆ ਭਰ ਦੇ ਦੇਸ਼ਾਂ ਨਾਲ ਸਮਝੌਤੇ ਕਰ ਰਿਹਾ ਹੈ ਤੇ ਇਸ ਨੀਤੀ ਨੂੰ ਵੱਧ ਤੋਂ ਵੱਧ ਫੈਲਾਉਣ ਦਾ ਯਤਨ ਕਰ ਰਿਹਾ ਹੈ, ਪਰ ਦੂਜੇ ਪਾਸੇ ਆਪਣੇ ਹੀ ਗਵਾਂਢੀ ਦੇਸ਼ਾਂ ਨਾਲ ਇਹ ਸਰਹੱਦੀ ਝਗੜਿਆਂ ਵਿੱਚ ਉਲਝਿਆ ਹੋਇਆ ਹੈ, ਜਦੋਂ ਕਿ
ਇਸ ਦਾ ਖੇਤਰਫਲ ਭਾਰਤ ਜਿਹੇ ਵੱਡੇ ਦੇਸ਼ ਨਾਲੋਂ ਵੀ 3 ਗੁਣਾ ਵਧੇਰੇ ਹੈ। ਡੰਡੀ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਸੰਦਰਭ ਵਿੱਚ ਚੀਨ ਪ੍ਰਤੀ ਭਾਰਤ ਵੱਲੋਂ ਹੁਣ ਅਪਣਾਏ ਸਖਤ ਰੁਖ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ। ਡੰਡੀ ਜਿਸ ਤਰ੍ਹਾਂ ਦਾ ਸਾਹਸ ਆਪਸੀ ਸਬੰਧਾਂ ਵਿੱਚ ਭਾਰਤ ਸਰਕਾਰ ਨੇ ਦਿਖਾਇਆ ਹੈ ਉਹ ਕਾਇਮ ਰੱਖਣਾ ਚਾਹੀਦਾ ਹੈ, ਪਰ ਇਸ ਦੇ ਨਾਲ ਹੀ ਬਰਾਬਰੀ ਦੇ ਅਹਿਸਾਸ ਨੂੰ ਕਾਇਮ ਰੱਖਦਿਆਂ ਜੇਕਰ ਏਸ਼ੀਆ ਦੇ ਦੋਵੇਂ ਵੱਡੇ ਮੁਲਕਾਂ ਵਿੱਚ ਮੁੜ ਸੰਬੰਧ ਚੰਗੇ ਬਣਾਉਣ ਦੀ ਗੱਲ ਤੁਰਦੀ ਹੈ ਤਾਂ ਉਸ ਪ੍ਰਤੀ ਵੀ ਭਾਰਤ ਨੂੰ ਹਾਂ ਪੱਖੀ ਵਤੀਰਾ ਧਾਰਨ ਕਰਨਾ ਚਾਹੀਦਾ ਹੈ। ਡੰਡੀ ਅਜਿਹਾ ਬਣਿਆ ਮਾਹੌਲ ਹੀ ਦੋਵਾਂ ਦੇਸ਼ਾਂ ਅਤੇ ਖਾਸ ਤੌਰ 'ਤੇ ਭਾਰਤ ਦੇ ਵਿਕਾਸ ਲਈ ਹੋਰ ਚੰਗੇ ਹਾਲਾਤ ਸਿਰਜਣ ਵਿੱਚ ਹੀ ਸਹਾਈ ਹੋ ਸਕਦਾ ਹੈ। ਡੰਡੀ ਜਦੋਂ ਤੋਂ ਕੇਂਦਰ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਦੇਸ਼ ਵਿੱਚ ਸਰਕਾਰ ਤੋਂ ਵੱਖਰੀ ਰਾਏ ਰੱਖਣ ਵਾਲੇ ਲੋਕਾਂ ਵਿਰੁੱਧ ਦੇਸ਼ ਧਰੋਹ ਇਰਾਦਾ ਕਤਲ ਧਾਰਾ 307 ਅਤੇ ਗੈਰ ਕਾਨੂੰਨੀ ਕਾਰਵਾਈਆਂ ਰੋਕਣ ਸੰਬੰਧੀ ਕਾਨੂੰਨ UAPA ਅਧੀਨ ਕੇਸ ਥੋਕ ਵਿੱਚ ਦਰਜ ਹੋਣ ਲੱਗੇ ਹਨ। ਡੰਡੀ ਜਿਹੜੇ ਵੀ ਸਿਆਸੀ ਆਗੂ ਬੁੱਧੀਜੀਵੀ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ ਜਾਂ ਕਿਸੇ ਅੰਦੋਲਨ ਵਿੱਚ ਸ਼ਾਮਲ ਹੁੰਦੇ ਹਨ, ਸੁਰੱਖਿਆ ਏਜੰਸੀਆਂ ਰਾਹੀਂ ਸਥਾਪਤੀ ਵੱਲੋਂ ਉਹਨਾਂ ਦੇ ਖਿਲਾਫ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕਰ ਦਿੱਤੇ ਜਾਂਦੇ ਹਨ। ਡੰਡੀ UAPA ਕਾਨੂੰਨ ਦੀ ਵੱਡੀ ਪੱਧਰ 'ਤੇ ਵਰਤੋਂ ਹੋ ਰਹੀ ਹੈ। ਡੰਡੀ ਇਹ ਕਾਨੂੰਨ ਗੈਰ ਕਾਨੂੰਨੀ ਕਾਰਵਾਈਆਂ ਨੂੰ ਰੋਕਣ ਲਈ ਬਣਾਇਆ ਗਿਆ ਸੀ। ਡੰਡੀ ਪਰ ਇਸ ਨੂੰ ਵੀ ਸਰਕਾਰ ਦੇ ਵਿਰੋਧੀਆਂ ਦੇ ਖਿਲਾਫ ਵਰਤਿਆ ਜਾ ਰਿਹਾ ਹੈ। ਡੰਡੀ ਸੁਰੱਖਿਆ ਏਜੰਸੀਆਂ ਇਸ ਕਰਕੇ ਵੀ ਇਸ ਨੂੰ ਵਧੇਰੇ ਵਰਤਦੀਆਂ ਹਨ ਕਿਉਂਕਿ ਇਸ ਅਧੀਨ ਨਜ਼ਰਬੰਦ ਵਿਅਕਤੀਆਂ ਦੀ ਕੁਝ ਮਹੀਨਿਆਂ ਤੱਕ ਜ਼ਮਾਨਤ ਵੀ ਨਹੀਂ ਹੋ ਸਕਦੀ। ਡੰਡੀ ਕੁਝ ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਕੋਰੇਗਾਂਵ ਭੀਮਾ ਪਿੰਡ ਵਿੱਚ ਇੱਕ ਸੰਮੇਲਨ ਦੌਰਾਨ ਦਲਿਤ ਕਾਰਕੁਨਾਂ ਅਤੇ ਹਿੰਦੂਤਵੀ ਸੰਗਠਨਾਂ ਦੇ ਵਰਕਰਾਂ ਦਰਮਿਆਨ ਹਿੰਸਕ ਝੜਪਾਂ ਹੋਈਆਂ ਸਨ। ਡੰਡੀ ਇਹ ਸੰਮੇਲਨ ਐਲਗਾਰ ਪ੍ਰੀਸ਼ਦ ਜਿਸ ਵਿੱਚ ਦਲਿਤ ਬੁੱਧੀਜੀਵੀ ਸ਼ਾਮਲ ਹਨ ਵੱਲੋਂ ਕਰਵਾਇਆ ਗਿਆ ਸੀ। ਡੰਡੀ ਪ੍ਰਸ਼ਾਸਨ ਵੱਲੋਂ ਉਕਤ ਹਿੰਸਕ ਘਟਨਾਵਾਂ ਲਈ ਐਲਗਾਰ ਪ੍ਰੀਸ਼ਦ ਨਾਲ ਸੰਬੰਧਿਤ ਬੁੱਧੀਜੀਵੀਆਂ ਅਤੇ ਦਲਿਤ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡੰਡੀ ਬਾਅਦ ਵਿੱਚ ਪੜਤਾਲੀਆ ਏਜੰਸੀਆਂ ਵੱਲੋਂ ਇਹ ਗੰਭੀਰ ਦੋਸ਼ ਲਗਾਇਆ ਗਿਆ ਕਿ ਐਲਗਾਰ ਪ੍ਰੀਸ਼ਦ ਨਾਲ ਸੰਬੰਧਿਤ ਬੁੱਧੀਜੀਵੀ ਅਤੇ ਕਾਰਕੁਨ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਡੰਡੀ ਪੜਤਾਲੀਆ ਏਜੰਸੀਆਂ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਕੇਸਾਂ ਵਿੱਚ ਸੰਗੀਨ ਧਾਰਾਵਾਂ ਵੀ ਸ਼ਾਮਲ ਕਰ ਦਿੱਤੀਆਂ ਗਈਆਂ। ਡੰਡੀ ਇਸੇ ਕਾਰਨ ਅਦਾਲਤਾਂ ਵੱਲੋਂ ਐਲਗਾਰ ਪ੍ਰੀਸ਼ਦ ਨਾਲ ਸੰਬੰਧਿਤ ਬੁੱਧੀਜੀਵੀਆਂ ਅਤੇ ਦਲਿਤ ਕਾਰਕੁਨਾਂ ਨੂੰ ਜ਼ਮਾਨਤਾਂ ਵੀ ਨਹੀਂ ਦਿੱਤੀਆਂ ਗਈਆਂ। ਡੰਡੀ ਉਹ ਪਿਛਲੇ 3-4 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਡੰਡੀ ਉਹਨਾਂ ਵਿੱਚ
ਕੁਝ ਲੋਕ ਬਹੁਤ ਵਡੇਰੀ ਉਮਰ ਦੇ ਹਨ। ਡੰਡੀ ਹੁਣ ਇਹਨਾਂ ਵਿੱਚੋਂ ਬਜ਼ੁਰਗ ਸ਼ਾਇਰ ਵਾਰ ਰਾਓ ਨੂੰ ਹੀ ਮੈਡੀਕਲ ਦੇ ਆਧਾਰ 'ਤੇ 6 ਮਹੀਨੇ ਲਈ ਜ਼ਮਾਨਤ ਦਿੱਤੀ ਗਈ ਹੈ। ਡੰਡੀ ਪੜਤਾਲੀਆ ਏਜੰਸੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਫੜੇ ਗਏ ਦੋਸ਼ੀਆਂ ਦੇ ਕੰਪਿਊਟਰਾਂ ਵਿੱਚੋਂ ਅਜਿਹੇ ਦਸਤਾਵੇਜ਼ ਫੜੇ ਗਏ ਹਨ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਦਾ ਵਰਣਨ ਮਿਲਦਾ ਹੈ। ਡੰਡੀ ਹੁਣ ਜਦੋਂ ਬਚਾਅ ਪੱਖ ਦੇ ਵਕੀਲਾਂ ਵੱਲੋਂ ਇੱਕ ਦੋਸ਼ੀ ਵਿਅਕਤੀ ਦੇ ਕੰਪਿਊਟਰ ਦੀ ਪੜਤਾਲੀਆ ਏਜੰਸੀ ਤੋਂ ਹਾਰਡ ਡਿਸਕ ਹਾਸਲ ਕਰਕੇ ਅਮਰੀਕਾ ਦੀ ਇੱਕ ਉੱਚ ਪੱਧਰ ਦੀ ਕੰਪਿਊਟਰ ਲੈਬ ਤੋਂ ਜਾਂਚ ਕਰਵਾਈ ਗਈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦਸਤਾਵੇਜ਼ ਸੰਬੰਧਿਤ ਦੋਸ਼ੀ ਸਮਝੇ ਜਾਂਦੇ ਵਿਅਕਤੀ ਦੇ ਕੰਪਿਊਟਰ ਵਿੱਚ ਕੰਪਿਊਟਰ ਹੈਕ ਕਰਕੇ ਕਿਸੇ ਹੋਰ ਵੱਲੋਂ ਪਾਏ ਗਏ ਸਨ। ਡੰਡੀ ਇਸ ਬਾਰੇ ਦੋਸ਼ੀ ਵਿਅਕਤੀ ਨੂੰ ਕੋਈ ਜਾਣਕਾਰੀ ਵੀ ਨਹੀਂ ਸੀ। ਡੰਡੀ ਅਮਰੀਕੀ ਅਖਬਾਰਾਂ ਵਿੱਚ ਇਸ ਨਵੀਂ ਕਿਸਮ ਦੀ ਸਾਜ਼ਿਸ਼ ਸੰਬੰਧੀ ਐਡੀਟੋਰੀਅਲ ਵੀ ਲਿਖੇ ਗਏ ਹਨ। ਡੰਡੀ ਅਦਾਲਤ ਵੱਲੋਂ ਇਸ ਸੰਬੰਧੀ ਅੰਤਿਮ ਫੈਸਲਾ ਤਾਂ ਅਜੇ ਆਉਣਾ ਬਾਕੀ ਹੈ, ਪਰ ਇਸ ਤੋਂ ਇਹ ਜ਼ਰੂਰ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਤੋਂ ਵੱਖਰੀ ਰਾਏ ਰੱਖਣ ਵਾਲੇ ਅੰਦੋਲਨਾਂ ਨਾਲ ਨਿਪਟਣ ਲਈ ਸਰਕਾਰ ਸਮਰਥਕ ਅਖੌਤੀ IT ਸੈੱਲ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਤਰ੍ਹਾਂ ਦੀਆਂ ਘਾੜਤਾਂ ਘੜੀਆਂ ਜਾਂਦੀਆਂ ਹਨ। ਡੰਡੀ ਤਾਜ਼ਾ ਮਿਸਾਲ ਬੰਗਲੁਰੂ ਦੀ 22 ਸਾਲਾ ਮੁਟਿਆਰ ਦਿਸ਼ਾ ਰਵੀ ਦੀ ਸਾਹਮਣੇ ਆਈ ਹੈ, ਜਿਸ ਨੇ ਆਪਣੇ 2 ਹੋਰ ਸਾਥੀਆਂ ਨਿਕਿਤਾ ਜੈਕਬ ਅਤੇ ਸ਼ਾਂਤਨੂ ਮੁਲਕ ਨਾਲ ਮਿਲ ਕੇ ਗੂਗਲ 'ਤੇ ਇੱਕ ਟੂਲ ਕਿਟ ਨਾਂ ਦਾ ਦਸਤਾਵੇਜ਼ ਤਿਆਰ ਕਰਕੇ ਦੇਸ਼ ਵਿਦੇਸ਼ ਦੇ ਲੋਕਾਂ ਦਾ ਕਿਸਾਨ ਅੰਦੋਲਨ ਲਈ ਸਮਰਥਨ ਹਾਸਲ ਕਰਨ ਲਈ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਸੀ। ਡੰਡੀ ਇਸੇ ਟੂਲ ਕਿਟ ਦੇ ਹਵਾਲੇ ਨਾਲ ਗ੍ਰੇਟਾ ਥੁਨਬਰਗ ਅਤੇ ਕੁਝ ਹੋਰ ਸ਼ਖਸੀਅਤਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਟਵੀਟ ਵੀ ਕੀਤੇ ਗਏ ਸਨ। ਡੰਡੀ ਇਸ ਨੂੰ ਆਧਾਰ ਬਣਾ ਕੇ ਦਿੱਲੀ ਪੁਲਿਸ ਇੱਕਦਮ ਬੁਖਲਾਹਟ ਵਿੱਚ ਆ ਗਈ ਅਤੇ ਉਸ ਨੇ ਦਿਸ਼ਾ ਰਵੀ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਦੇਸ਼ ਧਰੋਹ ਅਤੇ ਇਰਾਦਾ ਕਤਲ ਵਰਗੇ ਸੰਗੀਨ ਦੋਸ਼ ਲਗਾ ਕੇ ਕੇਸ ਦਰਜ ਕਰ ਲਿਆ ਹੈ ਅਤੇ ਬੰਗਲੁਰੂ ਜਾ ਕੇ ਦਿਸ਼ਾ ਰਵੀ ਨੂੰ ਗ੍ਰਿਫਤਾਰ ਵੀ ਕਰ ਲਿਆਂਦਾ ਅਤੇ 7 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਗਿਆ। ਡੰਡੀ ਮਹਾਰਾਸ਼ਟਰ ਨਾਲ ਸੰਬੰਧਿਤ ਉਸ ਦੇ 2 ਸਾਥੀਆਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਜਾਣ ਕਰਕੇ ਦਿੱਲੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਡੰਡੀ ਪਰ ਉਹਨਾਂ ਤੋਂ ਪੁਲਿਸ ਪੁੱਛਗਿੱਛ ਜ਼ਰੂਰ ਕਰ ਰਹੀ ਹੈ। ਡੰਡੀ ਦਿੱਲੀ ਦੇ ਐਡੀਸ਼ਨਲ ਮੈਜਿਸਟ੍ਰੇਟ ਧਰਮਿੰਦਰ ਰਾਣਾ ਨੇ ਦਿਸ਼ਾ ਰਵੀ ਨੂੰ ਵਿਸਥਾਰ ਵਿੱਚ ਸੁਣਵਾਈ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਹੈ ਅਤੇ ਜ਼ਮਾਨਤ ਦੇਣ ਸੰਬੰਧੀ 18 ਸਫ਼ਿਆਂ ਦਾ ਜੋ ਫੈਸਲਾ ਲਿਖਿਆ ਹੈ ਉਸ ਵਿੱਚ ਦਿੱਲੀ ਪੁਲਿਸ ਦੇ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਡੰਡੀ ਭਰਾ
ਧਰਮਿੰਦਰ ਰਾਣਾ ਨੇ ਲਿਖਿਆ ਹੈ ਕਿ ਕਿਸਾਨ ਅੰਦੋਲਨ ਦੇ ਸਮਰਥਨ ਲਈ ਟੂਲ ਕਿੱਟ ਬਣਾਉਣਾ ਕੋਈ ਅਪਰਾਧ ਨਹੀਂ ਹੈ। ਡੰਡੀ ਸੰਵਿਧਾਨ ਦੀ ਧਾਰਾ 19 ਦੇਸ਼ ਦੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ ਦਾ ਹੱਕ ਦਿੰਦੀ ਹੈ ਅਤੇ ਇਸ ਧਾਰਾ ਵਿੱਚ ਵਿਦੇਸ਼ੀਆਂ ਨਾਲ ਵਿਚਾਰ ਸਾਂਝੇ ਕਰਨਾ ਵੀ ਸ਼ਾਮਲ ਹੈ। ਡੰਡੀ ਜੱਜ ਨੇ ਇਹ ਵੀ ਕਿਹਾ ਹੈ ਕਿ ਟੂਲ ਕਿੱਟ ਵਿੱਚ ਦੇਸ਼ ਧਰੋਹ ਵਰਗੀ ਕੋਈ ਗੱਲ ਵੀ ਨਜ਼ਰ ਨਹੀਂ ਆ ਰਹੀ। ਡੰਡੀ ਜੱਜ ਨੇ ਸਪਸ਼ਟ ਰੂਪ ਵਿੱਚ ਇਹ ਵੀ ਕਿਹਾ ਹੈ ਕਿ ਸਰਕਾਰਾਂ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਜੇਲ੍ਹਾਂ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਡੰਡੀ ਜਮਹੂਰੀਅਤ ਵਿੱਚ ਅਸਹਿਮਤੀ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਜੱਜ ਨੇ ਰਿਗਵੇਦ ਦੇ ਇੱਕ ਸ਼ਲੋਕ ਦਾ ਹਵਾਲਾ ਦਿੱਤਾ ਹੈ ਜਿਸ ਦਾ ਅਰਥ ਹੈ ਕਿ ਸਾਡੇ ਕੋਲ ਅਜਿਹੇ ਕਲਿਆਣਕਾਰੀ ਵਿਚਾਰ ਆਉਂਦੇ ਰਹਿਣ ਜੋ ਕਿਸੇ ਵੱਲੋਂ ਵੀ ਦੱਬੇ ਨਾ ਜਾਣ। ਡੰਡੀ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਾ ਜਾ ਸਕੇ ਤੇ ਉਹ ਵਿਚਾਰ ਅਗਿਆਤ ਵਿਸ਼ਿਆਂ ਨੂੰ ਪ੍ਰਗਟ ਕਰਨ ਵਾਲੇ ਹੋਣ। ਡੰਡੀ ਇਸ ਸ਼ਲੋਕ ਦਾ ਹਵਾਲਾ ਦਿੰਦਿਆਂ ਜੱਜ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਜ਼ੁਬਾਨੀ ਦਾਅਵਿਆਂ ਤੋਂ ਬਿਨਾਂ ਮੇਰੇ ਸਾਹਮਣੇ ਕੋਈ ਵੀ ਅਜਿਹਾ ਠੋਸ ਸਬੂਤ ਨਹੀਂ ਪੇਸ਼ ਕੀਤਾ ਗਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਕਥਿਤ ਸਾਜ਼ਿਸ਼ਕਾਰਾਂ ਦੀ ਸਾਜ਼ਿਸ਼ ਨਾਲ ਵਿਦੇਸ਼ਾਂ ਵਿੱਚ ਕਿਸੇ ਵੀ ਭਾਰਤੀ ਦੂਤਾਵਾਸ ਵਿੱਚ ਕੋਈ ਹਿੰਸਾ ਹੋਈ ਹੈ। ਡੰਡੀ ਜੱਜ ਨੇ ਇਹ ਵੀ ਕਿਹਾ ਕਿ ਟੂਲ ਕਿੱਟ ਦਸਤਾਵੇਜ਼ ਰਾਹੀਂ ਦਿੱਲੀ ਵਿੱਚ ਹਿੰਸਾ ਭੜਕਣ ਦੇ ਵੀ ਕੋਈ ਸਬੂਤ ਨਹੀਂ ਮਿਲੇ ਅਤੇ ਨਾ ਹੀ ਕਥਿਤ ਦੋਸ਼ੀਆਂ ਦੀ ਖਾਲਿਸਤਾਨੀ ਜਾਂ ਹੋਰ ਦੇਸ਼ ਵਿਰੋਧੀ ਅਨਸਰਾਂ ਨਾਲ ਕੋਈ ਮਿਲੀ ਭੁਗਤ ਸਾਬਤ ਹੋਈ ਹੈ। ਡੰਡੀ ਜੱਜ ਨੇ ਇਹ ਵੀ ਲਿਖਿਆ ਹੈ ਕਿ ਇਹ ਵੀ ਸਾਬਤ ਨਹੀਂ ਹੁੰਦਾ ਕਿ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਦਾ ਟੂਲ ਕਿੱਟ ਦਸਤਾਵੇਜ਼ ਨਾਲ ਕੋਈ ਸਿੱਧਾ ਸੰਬੰਧ ਸੀ। ਡੰਡੀ ਦਿਸ਼ਾ ਰਵੀ ਨੂੰ ਜ਼ਮਾਨਤ ਦੇਣ ਸੰਬੰਧੀ ਜੱਜ ਧਰਮਿੰਦਰ ਰਾਣਾ ਵੱਲੋਂ ਜੋ ਵਿਚਾਰ ਪ੍ਰਗਟ ਕੀਤੇ ਗਏ ਹਨ ਉਸ ਨਾਲ ਲਾਜ਼ਮੀ ਤੌਰ 'ਤੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਬੁੱਧੀਜੀਵੀਆਂ ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਵੱਡੀ ਰਾਹਤ ਮਿਲੀ ਹੈ। ਡੰਡੀ ਅਸਲ ਗੱਲ ਇਹ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਇਹ ਚਾਹੁੰਦੀ ਹੈ ਕਿ ਸਰਕਾਰ ਨਾਲ ਕੋਈ ਵੀ ਧਿਰ ਅਸਹਿਮਤੀ ਪ੍ਰਗਟ ਨਾ ਕਰੇ। ਡੰਡੀ ਦੇਸ਼ ਵਿੱਚ ਸਿਰਫ ਕੇਂਦਰੀ ਸਰਕਾਰ ਅਤੇ ਭਾਜਪਾ ਦਾ ਬਿਰਤਾਂਤ ਹੀ ਚੱਲਣਾ ਚਾਹੀਦਾ ਹੈ। ਡੰਡੀ ਸਰਕਾਰ ਦੀਆਂ ਨੀਤੀਆਂ ਨੂੰ ਕਿਸੇ ਵੀ ਪੱਧਰ 'ਤੇ ਸਿਆਸੀ ਜਾਂ ਗੈਰ ਸਿਆਸੀ ਧਿਰਾਂ ਵੱਲੋਂ ਚੁਣੌਤੀ ਨਹੀਂ ਦਿੱਤੀ ਜਾਣੀ ਚਾਹੀਦੀ। ਡੰਡੀ ਇਸੇ ਕਰਕੇ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਪੱਤਰਕਾਰਾਂ ਬੁੱਧੀਜੀਵੀਆਂ ਅਤੇ ਕਲਾਕਾਰਾਂ 'ਤੇ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਉਹਨਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਡੰਡੀ ਖਾਸ ਕਰਕੇ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕਰਨ ਸਮੇਂ ਨੌਜਵਾਨ ਸਮਾਜਿਕ ਕਾਰਕੁਨਾਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡੰਡੀ ਦਿੱਲੀ ਪੁਲਿਸ ਜੋ ਕਿ ਸਿੱਧੀ ਕੇਂਦਰ ਸਰਕਾਰ ਦੇ ਅਧੀਨ ਹੈ ਇਸ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਭਾਵੀ ਰੋਲ ਅਦਾ ਕਰ ਰਹੀ ਹੈ। ਡੰਡੀ ਨਾਗਰਿਕਤਾ ਸੋਧ ਕਾਨੂੰਨ ਦੇ ਅੰਦੋਲਨ ਸਮੇਂ ਦਿੱਲੀ ਪੁਲਿਸ ਵੱਲੋਂ ਯੂਨੀਵਰਸਿਟੀਆਂ ਦੇ ਅੰਦਰ ਜਾ ਕੇ ਅੰਦੋਲਨਕਾਰੀ ਵਿਦਿਆਰਥੀਆਂ ਦੀ ਕੁੱਟ ਮਾਰ ਤੱਕ ਕੀਤੀ ਜਾਂਦੀ ਰਹੀ ਹੈ। ਡੰਡੀ ਇਸ ਤੋਂ ਬਾਅਦ ਜਦੋਂ ਦਿੱਲੀ ਵਿੱਚ ਦੰਗੇ ਹੋਏ ਤਾਂ ਭਾਜਪਾ ਨਾਲ ਸੰਬੰਧਿਤ ਕੇਂਦਰੀ ਮੰਤਰੀਆਂ ਅਤੇ ਹੋਰ ਭਾਜਪਾ ਕਾਰਕੁਨਾਂ ਦੇ ਖਿਲਾਫ
ਭੜਕਾਊ ਭਾਸ਼ਣਾਂ ਦੇ ਬਾਵਜੂਦ ਕੋਈ ਕੇਸ ਦਰਜ ਨਹੀਂ ਕੀਤਾ ਗਿਆ, ਜਦਕਿ ਇਸ ਦੇ ਉਲਟ ਨਾਗਰਿਕਤਾ ਸੋਧ ਕਾਨੂੰਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਹੋਰ ਕਾਰਕੁਨਾਂ ਦੇ ਖਿਲਾਫ ਦਿੱਲੀ ਦੰਗਿਆਂ ਦੇ ਅਧੀਨ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਅਨੇਕਾਂ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਗਈਆਂ। ਡੰਡੀ ਦਿਸ਼ਾ ਰਵੀ ਦੀ ਜ਼ਮਾਨਤ ਨਾਲ ਸੰਬੰਧਿਤ ਜੋ ਫੈਸਲਾ ਜੱਜ ਧਰਮਿੰਦਰ ਰਾਣਾ ਵੱਲੋਂ ਲਿਖਿਆ ਗਿਆ ਹੈ, ਉਸ ਦੀ ਰੌਸ਼ਨੀ ਵਿੱਚ ਸਮੇਂ ਦਾ ਤਕਾਜ਼ਾ ਇਹ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ ਜਿੰਨੇ ਵੀ ਦਿੱਲੀ ਪੁਲਿਸ ਵੱਲੋਂ ਦੇਸ਼ ਧਰੋਹ ਦੇ ਅਤੇ ਧਾਰਾ 307 ਅਧੀਨ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਗਏ ਹਨ, ਸਾਰਿਆਂ ਕੇਸਾਂ ਦੀ ਕਿਸੇ ਉੱਚ ਪੱਧਰ ਦੇ ਆਜ਼ਾਦਾਨਾ ਕਮਿਸ਼ਨ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਝੂਠੇ ਕੇਸਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਡੰਡੀ CIM ਦੀ ਪੋਲਿਟ ਬਿਊਰੋ ਮੈਂਬਰ ਬਰਿੰਦਾ ਕਰਾਤ ਨੇ ਆਪਣੀ ਇੱਕ ਤਾਜ਼ਾ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਦੰਗਿਆਂ ਦੇ ਸੰਦਰਭ ਵਿੱਚ ਇਸ ਦੀ ਮੰਗ ਵੀ ਕੀਤੀ ਹੈ। ਡੰਡੀ ਵਿਸ਼ੇਸ਼ ਤੌਰ 'ਤੇ ਦਿੱਲੀ ਦੰਗਿਆਂ ਅਤੇ ਕਿਸਾਨਾਂ 'ਤੇ ਥੋਕ ਵਿੱਚ ਦਰਜ ਕੀਤੇ ਗਏ ਕੇਸਾਂ ਦੀ ਪੜਤਾਲ ਦੀ ਲੋੜ ਹੈ। ਡੰਡੀ ਬਿਨਾਂ ਸ਼ੱਕ ਦਿਸ਼ਾ ਰਵੀ ਦੀ ਜ਼ਮਾਨਤ ਨਾਲ ਸੰਬੰਧਿਤ ਘਟਨਾਕ੍ਰਮ ਨਾਲ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਸਿਆਸੀ ਆਗੂਆਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਕਲਾਕਾਰਾਂ ਦੇ ਹੌਸਲੇ ਵਧਣਗੇ ਅਤੇ ਇਸ ਨਾਲ ਜਮਹੂਰੀਅਤ ਮਜ਼ਬੂਤ ਹੋਏਗੀ ਅਤੇ ਦੇਸ਼ 'ਤੇ ਇੱਕ ਪਾਰਟੀ ਕਾਰਪੋਰੇਟਰਾਂ ਪੱਖੀ ਰਾਜ ਥੋਪਣ ਵਾਲੀਆਂ ਸ਼ਕਤੀਆਂ ਨੂੰ ਲੋਕਾਂ ਦੇ ਹੋਰ ਵੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਡੰਡੀ ਜਿਹੜੇ ਆਪਣਾ ਇਤਿਹਾਸ ਯਾਦ ਨਹੀਂ ਰੱਖਦੇ, ਉਹ ਭਵਿੱਖ ਵਿੱਚ ਉਸ ਨੂੰ ਦੁਹਰਾਉਣ ਦੀ ਸਜ਼ਾ ਭੁਗਤਦੇ ਹਨ। ਡੰਡੀ ਅੱਜ ਪੰਜਾਬ ਦੇ ਪਹਿਲੇ ਗੈਰ ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ 122ਵੇਂ ਜਨਮ ਦਿਹਾੜੇ ਨੂੰ ਮਨਾਉਂਦਿਆਂ ਇਹ ਯਾਦ ਰੱਖਣ ਯੋਗ ਗੱਲ ਹੈ ਕਿ ਆਪ ਜੀ ਉਸ ਖੇਤੀਬਾੜੀ ਨੀਤੀ ਦੇ ਨਿਰਮਾਤਾ ਸਨ ਜਿਸ ਨੇ ਭਾਰਤ ਨੂੰ ਨਾ ਕੇਵਲ ਅਨਾਜ ਵਿੱਚ ਸਮਰੱਥ ਸਗੋਂ ਨਿਰਯਾਤ ਕਰਨ ਦੇ ਯੋਗ ਵੀ ਬਣਾਇਆ। ਡੰਡੀ ਇਹ ਨੀਤੀ ਅੱਜ ਕੇਂਦਰੀ ਸਰਕਾਰ ਦੁਆਰਾ ਲਾਗੂ ਕੀਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨਾਂ ਦੇ ਇਤਿਹਾਸਕ ਅੰਦੋਲਨ ਸਮੇਂ ਵੀ ਮਹੱਤਵ ਰੱਖਦੀ ਹੈ। ਡੰਡੀ ਸੰਨ 1967 ਵਿੱਚ ਜਦੋਂ ਜਸਟਿਸ ਗੁਰਨਾਮ ਸਿੰਘ ਨੇ ਅਹੁਦਾ ਸੰਭਾਲਿਆ, ਉਸ ਵੇਲੇ ਭਾਰਤ ਭਾਰੀ ਅਨਾਜ ਸੰਕਟ ਅਤੇ ਅਕਾਲ ਤੋਂ ਪੀੜਤ ਸੀ ਅਤੇ ਭਾਰਤ ਅਮਰੀਕੀ ਅਨਾਜ ਦੀ ਮਦਦ PL 480 ਤੇ ਨਿਰਭਰ ਸੀ। ਡੰਡੀ ਉਸ ਵੇਲੇ ਦੇਸ਼ ਇੱਕ ਨਿਯਮ ਰਹਿਤ ਮੰਡੀ ਸੀ ਜਿਸ ਵਿੱਚ ਵੱਡੇ ਵਪਾਰੀ ਕਿਸਾਨਾਂ ਤੋਂ ਘੱਟ ਕੀਮਤਾਂ 'ਤੇ ਅਨਾਜ ਖਰੀਦ ਕੇ ਘੱਟ ਉਪਜ ਵਾਲੇ ਰਾਜਾਂ ਨੂੰ ਵੇਚ ਕੇ ਵੱਡੇ ਲਾਭ ਪ੍ਰਾਪਤ ਕਰਦੇ ਸਨ। ਡੰਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਨਾਜ ਦੀ ਘਾਟ ਅਤੇ ਵੱਧ ਰਹੀਆਂ ਕੀਮਤਾਂ 'ਤੇ ਚਿੰਤਾ ਪ੍ਰਗਟ ਕੀਤੀ ਸੀ। ਡੰਡੀ ਜਸਟਿਸ ਗੁਰਨਾਮ ਸਿੰਘ ਨੇ 1967 ਵਿੱਚ ਅਹੁਦਾ ਸੰਭਾਲਦਿਆਂ ਹੀ ਕਿਸਾਨਾਂ ਦੀਆਂ ਫਸਲਾਂ ਲਈ ਜ਼ਿਆਦਾ ਮੁੱਲ ਘੋਸ਼ਿਤ ਕੀਤਾ ਅਤੇ ਇੱਕ ਵੱਡਾ ਕਦਮ ਪੁੱਟਦੇ ਹੋਏ ਕਣਕ ਦੀ ਪੁਰਾਣੀ ਕਿਸਮ ਲਈ ਘੱਟ ਤੋਂ ਘੱਟ ਖਰੀਦ ਮੁੱਲ 76 ਰੁਪਏ ਪ੍ਰਤੀ ਕੁਆਂਟਲ ਅਤੇ
ਨਵੀਂ ਮੈਕਸੀਕਨ ਕਿਸਮ ਦੀ ਦਰ 72 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤੀ। ਡੰਡੀ ਉਪਭੋਗਤਾਵਾਂ ਲਈ ਕੀਮਤਾਂ ਵਿੱਚ ਸਥਿਰਤਾ ਲਿਆਉਣ ਲਈ ਜਮ੍ਹਾਖੋਰੀ ਅਤੇ ਪੰਜਾਬ ਤੋਂ ਕਣਕ ਦੇ ਨਿਰਯਾਤ 'ਤੇ ਰੋਕ ਲਗਾਈ। ਡੰਡੀ ਗੁਰਨਾਮ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਜਗਜੀਵਨ ਰਾਮ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੁਆਰਾ ਘੱਟੋ ਘੱਟ ਖਰੀਦ ਮੁੱਲ 'ਤੇ ਵਾਧੂ ਅਨਾਜ ਖਰੀਦਣ ਲਈ ਮਨਾਇਆ। ਡੰਡੀ ਰਾਜ ਪੱਧਰ 'ਤੇ ਸਥਾਨਕ ਮੰਡੀਆਂ ਤੇ ਖੇਤੀਬਾੜੀ ਬਾਜ਼ਾਰਾਂ ਦੀ ਸਥਾਪਨਾ ਕੀਤੀ। ਡੰਡੀ ਇਸ ਸਬੰਧ ਵਿੱਚ ਪੰਜਾਬ ਨੂੰ ਪਹਿਲਾ ਸੂਬਾ ਬਣਾਉਣ ਲਈ ਪੇਂਡੂ ਬਿਜਲੀਕਰਨ ਅਤੇ ਮੰਡੀਆਂ ਨੂੰ ਸੰਪਰਕ ਸੜਕਾਂ ਨਾਲ ਜੋੜਨ ਦੀ ਨੀਤੀ ਦੀ ਸ਼ੁਰੂਆਤ ਕੀਤੀ। ਡੰਡੀ ਪੈਰਾ 1939 ਵਿੱਚ ਸਰ ਸਿਕੰਦਰ ਹਯਾਤ ਟਿਵਾਣਾ ਦੀ ਯੂਨੀਨਿਸਟ ਪਾਰਟੀ ਗਵਰਨਮੈਂਟ ਦੁਆਰਾ ਨਿਯਮਤ ਖੇਤੀਬਾੜੀ ਮੰਡੀਆਂ ਲਈ ਇੱਕ ਐਕਟ ਪਾਸ ਕੀਤਾ, ਜੋ ਕਿ ਖੇਤੀਬਾੜੀ ਮੰਤਰੀ ਸਰ ਛੋਟੂ ਰਾਮ ਦੇ ਦਿਮਾਗ ਦੀ ਕਾਢ ਸੀ। ਡੰਡੀ ਅਮਰੀਕੀ ਵਿਗਿਆਨੀ ਡਾਕਟਰ ਫਰੈਂਕ ਪਾਰਕਰ ਦੀ ਸਲਾਹ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਸੀ ਸੁਬਰਾਮਨਿਅਮ ਨੇ ਫਸਲਾਂ ਦੇ ਘੱਟ ਤੋਂ ਘੱਟ ਖਰੀਦ ਮੁੱਲ ਨੂੰ ਅਪਣਾਇਆ ਸੀ। ਡੰਡੀ ਹਾਲਾਂਕਿ ਗੁਰਨਾਮ ਸਿੰਘ ਦੁਆਰਾ ਪਹਿਲ ਕਰਨ 'ਤੇ ਹੀ ਮੰਡੀਆਂ ਵਿੱਚ ਇਹ ਦਰ ਲਾਗੂ ਹੋਈ, ਜਿਸ ਨੂੰ ਬਾਅਦ ਵਿੱਚ ਹਰਿਆਣਾ ਰਾਜ ਨੇ ਵੀ ਅਪਣਾਇਆ। ਡੰਡੀ ਇਸ ਤੋਂ ਬਾਅਦ ਹੀ ਪੰਜਾਬ ਭਾਰਤ ਦਾ ਸਭ ਤੋਂ ਖੁਸ਼ਹਾਲ ਰਾਜ ਬਣ ਗਿਆ। ਡੰਡੀ ਗੁਰਨਾਮ ਸਿੰਘ ਹੋਰੀ ਇਕਲੌਤੇ ਅਜਿਹੇ ਮੁੱਖ ਮੰਤਰੀ ਸਨ ਜਿਨ੍ਹਾਂ ਨੂੰ ਰੋਮ ਵਿਖੇ ਹੋਈ ਵਿਸ਼ਵ ਫੂਡ ਕਾਨਫਰੰਸ ਵਿੱਚ ਭਾਰਤ ਦੀ ਅਗਵਾਈ ਕਰਨ ਦਾ ਮਾਣ ਮਿਲਿਆ। ਡੰਡੀ ਅਫਸੋਸ ਦੀ ਗੱਲ ਹੈ ਕਿ ਹੁਣ ਵਾਲੇ ਉੱਤਰਾਖੰਡ ਤੋਂ ਬਿਨਾਂ ਬਾਕੀ ਰਾਜ ਇਸ ਸੁਧਾਰ ਨੂੰ ਅਪਣਾਉਣ ਦਾ ਫਾਇਦਾ ਨਹੀਂ ਲੈ ਸਕੇ। ਡੰਡੀ ਅੱਜ ਦੀ ਗੱਲ ਕਰੀਏ ਤਾਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਉਦਯੋਗਪਤੀਆਂ, ਅਰਥ ਸ਼ਾਸਤਰੀਆਂ, ਸ਼ਹਿਰੀ ਅਮੀਰਾਂ ਅਤੇ ਸਮਾਚਾਰ ਐਂਕਰਾਂ ਦੁਆਰਾ ਡਾਕਟਰ ਮਨਮੋਹਨ ਸਿੰਘ ਦੁਆਰਾ ਲਿਆਂਦੇ 1991 ਦੇ ਸੁਧਾਰਾਂ ਨਾਲ ਜੋੜਿਆ ਜਾ ਰਿਹਾ ਹੈ। ਡੰਡੀ ਹਾਲਾਂਕਿ ਕਿਸਾਨਾਂ ਨੇ ਇਹਨਾਂ ਕਾਨੂੰਨਾਂ ਨੂੰ ਨਕਾਰ ਦਿੱਤਾ ਹੈ। ਡੰਡੀ ਇਹਨਾਂ ਕਾਨੂੰਨਾਂ ਦੇ ਸਿਰਲੇਖ ਅਤੇ ਸ਼ਬਦਾਵਲੀ ਵੱਲ ਵੇਖੀਏ ਤਾਂ ਭਾਰਤ ਇੱਕ ਵਾਰ ਫਿਰ ਖੇਤੀਬਾੜੀ ਦੇ ਨਿਯਮ ਰਹਿਤ ਬਾਜ਼ਾਰ ਵੱਲ ਵੱਧ ਰਿਹਾ ਹੈ, ਜਿਸ ਵਿੱਚ ਫਸਲਾਂ ਦੀ ਖਰੀਦ ਤੇ ਵੇਚਣ ਦੀ ਕੀਮਤ ਮੰਗ ਤੇ ਪੂਰਤੀ ਤੇ ਨਿਰਭਰ ਹੋਏਗੀ। ਡੰਡੀ ਨਿੱਜੀ ਮੰਡੀਆਂ ਨੂੰ ਬਿਨਾਂ ਟੈਕਸ ਦੇਣ ਦੇ ਖੋਲ੍ਹਣ ਨਾਲ ਸਰਕਾਰੀ ਮੰਡੀਆਂ ਆਪਣੇ ਆਪ ਬੰਦ ਹੋ ਜਾਣਗੀਆਂ। ਡੰਡੀ ਇਹ ਕਾਨੂੰਨ ਨਿੱਜੀ ਕੰਪਨੀਆਂ ਦੇ ਹਿੱਤ ਵਿੱਚ ਬਹੁਤ ਜ਼ਿਆਦਾ ਪੱਖਪਾਤੀ ਹਨ। ਡੰਡੀ ਕਿਸਾਨਾਂ ਦਾ ਕਹਿਣਾ ਹੈ ਕਿ ਜਮ੍ਹਾਖੋਰੀ, ਬਣਾਵਟੀਵਾਦ ਅਤੇ ਘੱਟ ਖਰੀਦ ਮੁੱਲ ਅਤੇ ਉਪਭੋਗਤਾਵਾਂ ਲਈ ਵੱਧਦੀਆਂ ਕੀਮਤਾਂ ਯਕੀਨੀ ਤੌਰ 'ਤੇ 1967 ਤੋਂ ਪਹਿਲਾਂ ਵਾਲੇ ਸਮੇਂ ਵੱਲ ਵਾਪਸੀ ਸਿੱਧ ਹੋਵੇਗੀ। ਡੰਡੀ ਇਸ ਕਰਕੇ ਕਿਸਾਨ ਇਹਨਾਂ ਕਾਨੂੰਨਾਂ ਨੂੰ ਖਤਮ ਕਰਾਉਣਾ ਚਾਹੁੰਦੇ ਹਨ। ਡੰਡੀ ਭਾਰਤ ਦੀ 70% ਆਬਾਦੀ ਖੇਤੀ ਨਾਲ ਜੁੜੀ ਹੋਈ ਹੈ ਅਤੇ 90% ਕਿਸਾਨ ਗਰੀਬ ਹਨ। ਡੰਡੀ ਸਰਕਾਰੀ ਮਾਲੀ ਸਹਾਇਤਾ ਦੀ ਘਾਟ ਹੋਣ ਕਰਕੇ ਖੇਤੀਬਾੜੀ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਸਿਰਫ 16% ਦਾ ਯੋਗਦਾਨ ਪਾਉਂਦੀ ਹੈ। ਡੰਡੀ
ਕਿਸਾਨ ਭਾਰੀ ਕਰਜ਼ੇ ਹੇਠ ਦੱਬੇ ਹੋਏ ਹਨ ਅਤੇ 1997 ਤੋਂ ਹੁਣ ਤੱਕ ਲਗਭਗ 4 ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਡੰਡੀ ਨਵੇਂ ਸੁਧਾਰਾਂ ਨੇ ਡਰ ਪੈਦਾ ਕਰ ਦਿੱਤਾ ਹੈ ਕਿ ਨਿੱਜੀ ਕੰਪਨੀਆਂ ਖੇਤੀਬਾੜੀ ਨੂੰ ਸਹਿਯੋਗ ਦੇਣ ਲਈ ਨਹੀਂ ਸਗੋਂ ਕਬਜ਼ਾ ਕਰਨ ਲਈ ਬਣਾਈਆਂ ਗਈਆਂ ਹਨ। ਡੰਡੀ ਕਿਸਾਨ ਡਰ ਰਹੇ ਹਨ ਕਿ ਉਹਨਾਂ ਦੀਆਂ ਜ਼ਮੀਨਾਂ ਉਦਯੋਗਪਤੀਆਂ ਅਤੇ ਨਿੱਜੀ ਕੰਪਨੀਆਂ ਦੀ ਭੇਟ ਚੜ੍ਹ ਜਾਣਗੀਆਂ। ਡੰਡੀ ਪੰਜਾਬ ਹਰਿਆਣਾ ਦੇ ਉਹ ਕਿਸਾਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਿਰ 'ਤੇ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਇਆ ਸੀ, ਫਿਕਰਮੰਦ ਹਨ ਕਿ ਉਹਨਾਂ ਦੀ ਆਮਦਨ ਦਾ ਮੁੱਖ ਸਾਧਨ ਜੋ ਕਿ ਕਣਕ ਤੇ ਝੋਨੇ ਦੀਆਂ 2 ਫਸਲਾਂ ਦੀ ਸਰਕਾਰੀ ਖਰੀਦ ਹੈ, ਉਹਨਾਂ ਤੋਂ ਖੋਹਿਆ ਜਾ ਰਿਹਾ ਹੈ ਅਤੇ ਉਹ ਨਿੱਜੀ ਕੰਪਨੀਆਂ ਅਤੇ ਉਦਯੋਗਪਤੀਆਂ ਦੇ ਰਹਿਮੋ ਕਰਮ 'ਤੇ ਰਹਿ ਜਾਣਗੇ। ਡੰਡੀ ਇਸ ਲਈ ਉਹ ਅੰਦੋਲਨ ਦੇ ਰਾਹ 'ਤੇ ਪੈ ਗਏ ਹਨ। ਡੰਡੀ ਬਜਾਏ ਇਸ ਦੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰੇ, ਉਹ ਉਹਨਾਂ ਨੂੰ ਬਦਨਾਮ ਕਰਨ ਅਤੇ ਕੁਚਲਣ ਦੀ ਨੀਤੀ ਵਰਤ ਰਹੀ ਹੈ। ਡੰਡੀ ਮੋਦੀ ਨੂੰ ਇਸ ਇਲਾਕੇ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਡੰਡੀ ਇਸ ਇਲਾਕੇ ਨੇ ਸਦੀਆਂ ਤੋਂ ਹੀ ਗੌਰਵਮਈ ਸੰਘਰਸ਼ ਵੇਖੇ ਹਨ। ਡੰਡੀ 1907 ਵਿੱਚ ਬਰਤਾਨਵੀ ਸਰਕਾਰ ਦੁਆਰਾ ਲਾਗੂ ਕੀਤੇ 3 ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਲਈ 20ਵੀਂ ਸਦੀ ਵਿੱਚ ਸਭ ਤੋਂ ਵੱਡਾ ਖੇਤੀ ਅੰਦੋਲਨ ਪੰਜਾਬ ਅਤੇ ਹਰਿਆਣਾ ਵਿੱਚ ਹੋਇਆ ਸੀ। ਡੰਡੀ ਉਸ ਵੇਲੇ ਵੀ ਭਾਰੀ ਗਿਣਤੀ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵੱਖ-ਵੱਖ ਸਮਝੌਤਿਆਂ ਦੇ ਸੁਝਾਅ ਸਾਹਮਣੇ ਆਏ ਸੀ। ਡੰਡੀ ਜਿਨ੍ਹਾਂ ਵਿੱਚੋਂ ਇੱਕ ਲਾਲਾ ਲਾਜਪਤ ਰਾਏ ਦੁਆਰਾ ਅੱਗੇ ਲਿਆਂਦਾ ਗਿਆ, ਪਰ 9 ਮਹੀਨੇ ਦੇ ਸੰਘਰਸ਼ ਤੋਂ ਬਾਅਦ ਇਹ ਕਾਨੂੰਨ ਵਾਪਸ ਲੈਣੇ ਪਏ ਸਨ। ਡੰਡੀ ਪਗੜੀ ਸੰਭਾਲ ਜੱਟਾਂ ਅਤੇ ਕਿਸਾਨਾਂ ਦੇ ਹੱਕ ਤੇ ਸਨਮਾਨ ਨੂੰ ਸੰਭਾਲਣ ਲਈ ਅੰਦੋਲਨ ਅੱਜ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਦੁਹਰਾਇਆ ਜਾ ਰਿਹਾ ਹੈ ਅਤੇ ਇਹ ਅੰਦੋਲਨ ਹੌਲੀ-ਹੌਲੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਰਿਹਾ ਹੈ। ਡੰਡੀ ਸ਼ਾਂਤਮਈ ਅੰਦੋਲਨਕਾਰੀਆਂ ਅਤੇ ਉਹਨਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਕੀਤੀ ਜਾ ਰਹੀ ਹੈ। ਡੰਡੀ ਨਾਗਰਿਕਾਂ ਦੀ ਆਜ਼ਾਦੀ ਦਾ ਵਿਸ਼ਾ ਮੁੱਖ ਮੁੱਦਾ ਬਣ ਚੁੱਕਾ ਹੈ। ਡੰਡੀ ਭਰਾ ਸੋ ਇਸ ਦਾ ਅੱਗੇ ਹੱਲ ਹੈ। ਗੁਰਨਾਮ ਸਿੰਘ ਦਾ ਇਹ ਮੰਨਣਾ ਸੀ ਕਿ ਖੇਤੀਬਾੜੀ ਕੇਵਲ ਸਰਕਾਰੀ ਮਦਦ ਨਾਲ ਹੀ ਅੱਗੇ ਵੱਧ ਸਕਦੀ ਹੈ। ਡੰਡੀ ਵੱਡੇ ਵਪਾਰੀ ਖੇਤੀਬਾੜੀ ਦੇ ਵਿਕਾਸ ਵਿੱਚ ਕੇਵਲ ਸੀਮਤ ਸਹਿਯੋਗ ਹੀ ਦੇ ਸਕਦੇ ਹਨ, ਪਰ ਸਰਕਾਰੀ ਵਿੱਤੀ ਸਹਾਇਤਾ ਦੀ ਥਾਂ ਨਹੀਂ ਲੈ ਸਕਦੇ। ਡੰਡੀ ਉਦਯੋਗ ਆਪਣੇ ਆਪ ਖੇਤੀ ਨੂੰ ਬਚਾ ਨਹੀਂ ਸਕਦੇ, ਪਰ ਇੱਕ ਖੁਸ਼ਹਾਲ ਖੇਤੀਬਾੜੀ ਭਾਈਚਾਰਾ ਉਪਭੋਗਤਾਵਾਂ ਦਾ ਇੱਕ ਵੱਡਾ ਆਧਾਰ ਦੇ ਕੇ ਉਦਯੋਗ ਨੂੰ ਜੀਵਤ ਰੱਖ ਸਕਦਾ ਹੈ। ਡੰਡੀ ਜਸਟਿਸ ਗੁਰਨਾਮ ਸਿੰਘ ਨੂੰ ਡਾਕਟਰ MS ਰੰਧਾਵਾ ਹੋਣਹਾਰ ਸਰਕਾਰੀ ਅਫਸਰ ਤੇ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਕਿ ਖੁਦ ਇੱਕ ਕਿਸਾਨ ਸਨ, ਸਰਦਾਰ ਪ੍ਰਤਾਪ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਵਰਗੇ ਬੁੱਧੀਜੀਵੀਆਂ ਤੋਂ ਸਹਿਯੋਗ ਪ੍ਰਾਪਤ ਹੋਇਆ। ਡੰਡੀ ਅਮਰੀਕਾ, ਕੈਨੇਡਾ, ਯੂਰਪ, ਜਾਪਾਨ, ਪੂਰਬੀ ਏਸ਼ੀਆ ਅਤੇ ਚੀਨ ਵਰਗੇ ਦੇਸ਼ ਕਿਸਾਨਾਂ ਦੀ ਘੱਟ ਤੋਂ ਘੱਟ ਆਮਦਨ ਅਤੇ ਕਿਸਾਨਾਂ ਦੀ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਖੇਤੀਬਾੜੀ ਨੂੰ ਭਾਰੀ ਸਬਸਿਡੀ ਦਿੰਦੇ ਹਨ। ਡੰਡੀ
ਚੀਨ ਭਾਰਤ ਦੇ ਮੁਕਾਬਲੇ 4 ਗੁਣਾ ਵੱਧ ਖੇਤੀਬਾੜੀ ਸਬਸਿਡੀ ਦਿੰਦਾ ਹੈ ਡੰਡੀ। ਇਸ ਲਈ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਨੂੰ ਸਿੱਧੇ ਭੁਗਤਾਨ ਦੇ ਰੂਪ ਵਿੱਚ ਖੇਤੀਬਾੜੀ ਦੇ ਲਈ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਏ ਡੰਡੀ, ਜਿਵੇਂ ਕਿ ਪਾਣੀ ਤੇ ਮਿੱਟੀ ਦੀ ਸੰਭਾਲ ਦਾ ਪੂੰਜੀ ਖਰਚਾ, ਖੋਜ, ਖੇਤੀ ਉਦਯੋਗ, ਸਰਕਾਰੀ ਮੰਡੀਆਂ ਦਾ ਖੋਲ੍ਹਣਾ ਆਦਿ। ਕਿਸਾਨਾਂ ਲਈ ਸਰਕਾਰੀ ਵਿੱਤੀ ਸਹਾਇਤਾ ਦਿੱਤੀ ਜਾਵੇ ਡੰਡੀ। ਸਰਕਾਰ ਨੂੰ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇ ਕੇ ਝੋਨੇ ਤੇ ਕਣਕ ਤੋਂ ਬਿਨਾਂ ਹੋਰ ਫਸਲਾਂ ਉਗਾਉਣ ਲਈ ਪ੍ਰੇਰਨਾ ਚਾਹੀਦੀ ਹੈ ਡੰਡੀ। ਸਰਕਾਰ ਨੂੰ ਜਲਦ ਹੀ ਅਹਿਸਾਸ ਹੋ ਜਾਵੇਗਾ ਕਿ ਉਦਯੋਗਾਂ ਨੂੰ ਸਬਸਿਡੀ, ਮਾੜੇ ਕਰਜ਼ ਜਾਂ ਨਿੱਜੀ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਖੇਤੀਬਾੜੀ ਨੂੰ ਵਿੱਤੀ ਸਹਾਇਤਾ ਦੇ ਕੇ ਵੱਧ ਆਰਥਿਕ ਅਤੇ ਸਮਾਜਿਕ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ ਡੰਡੀ। ਇਸ ਦਾ ਦੂਸਰਾ ਰਸਤਾ ਇਹ ਹੈ ਕਿ ਖੇਤੀ ਵਿੱਚ ਕਾਰਪੋਰੇਟ ਪੱਖੀ ਅਸੀਂ ਕਮਜ਼ੋਰ ਸੰਸਥਾਵਾਂ ਵਾਲਾ ਇੱਕ ਗਰੀਬ ਦੇਸ਼ ਬਣ ਕੇ ਰਹਿ ਜਾਵਾਂਗੇ ਤੇ ਬਾਕੀ ਦੇ ਏਸ਼ੀਆਈ ਦੇਸ਼ ਅੱਗੇ ਵੱਧ ਜਾਣਗੇ ਡੰਡੀ।